सतनाम। श्री वाहिगुरु साहिब जीओ। इको ओंकार सतनाम करता पुरख निरभौ निर्वैर। अकाल मूरत अजूनी सैभं गुर प्रसाद जप। आद सच जुगाद सच है पी सच। नानक होसी भी सच। जब लो नहीं भाग लीलार उदय। तब लग भ्रमते फिरते बहुतायो। कल घोर समुंदर में बूढ़त थे। कबहू मिट है नहीं रे पछतायो। तत विचार यह मथुरा। जग तारन को अवतार बनायो। जपियो जिन अर्जन देव गुरु। फिर संकट जोन गर्भ ना आयो। कल समुंदर भय रूप प्रगट। हर नाम उदाहरण। बसै संत जिस हृदय। दुख दारिद्र निवारण। निर्मल भेख अपार तास बिन अवर न कोई। मन बच जिन जानियो। भयो तेह समसर सोई। धरन गगन नवखंड में। जोत स्वरूपी रहियो पर। भन मथुरा कछ भेद नहीं। गुर अर्जन परतख हर। भन मथुरा कछ भेद नहीं। गुर अर्जन परतख हर। जुगो जुग अटल। चवर छतर तख्त दे मालक। गरीब निवाज सतगुरु श्री गुरु ग्रंथ साहिब महाराज सच्चे पातशाह जी दी पावन पवित्र गोद विच जुड़ मिल बैठ के हुणे हुण आपां बहुत ही सत्कारयोग विज्ञानी जी होरां पासों गुर इतिहास दी पावन कथा सरवण कर रहे सी। हुण आओ जो गुरु कृपा सदका कई दिनों तो लैके रामकली की वार दी कथा गुरु साहब जी ने कृपा की है प्रारंभ हुई है। अज सब तो आखिरली पौड़ी 8वीं पौड़ी दी व्याख्या गुरु कृपा सदका आपा ने करनी है। सो आओ असीस बख्शो। सारे ही गुरु चरणों विच मन बिरती नूं इकागर करके टकाउंदियां गुरु फतेह दी सांझ पाओ। उचारण करो जी वाहिगुरु जी का खालसा वाहिगुरु जी की फतेह। ये जो 8वीं पौड़ी है रामकली की वार दी 8वीं पौड़ी दे विच भाई सत्ता जी ने
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਸਤਤ ਕੀਤੀ ਹੈ। ਉਹਨਾਂ ਦੀ ਉਸਤਤ ਵਿੱਚ ਉਚਾਰਨ ਹੋਈ ਹੈ। ਸੋ ਆਓ ਆਪਾਂ ਸੰਖੇਪ ਵਿਚਾਰ ਨਾਲ ਚਿੱਤ ਜੋੜਨ ਦੀ ਕੋਸ਼ਿਸ਼ ਕਰੀਏ। ਫਰਮਾਨ ਕਰ ਰਹੀ ਹੈ ਇਲਾਹੀ ਗੁਰਬਾਣੀ, ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਆ। ਚਾਰੇ ਜਾਗੇ ਚੌਂ ਜੁਗੀ, ਚੌਂ ਜੁਗੀ ਤੋਂ ਭਾਵ ਸੰਸਾਰ ਵਿੱਚ ਚਾਰ ਹੀ ਯੁੱਗ ਨੇ। ਚਾਰ ਯੁੱਗਾਂ ਰੂਪੀ ਜੋ ਸੰਸਾਰ ਹੈ ਉਹਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਨੇ ਪਹਿਲਾਂ ਚਾਰ ਜਾਮੇ ਪ੍ਰਗਟ ਕੀਤੇ ਨੇ। ਸੰਸਾਰ ਨੂੰ ਉਹਨਾਂ ਚਾਰ ਜਾਮਿਆਂ ਰਾਹੀਂ ਪ੍ਰਕਾਸ਼ ਭਾਵ ਗਿਆਨ ਰੂਪੀ ਰੋਸ਼ਨੀ ਦਿੱਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੱਕ ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਆ। ਪੰਚਾਇਣ ਦੇ ਅਰਥ ਨੇ ਪੰਜ ਜਮਾ ਆਇਨ। ਆਇਨ ਕਹਿੰਦੇ ਨੇ ਘਰ ਨੂੰ। ਆਇਨ ਦਾ ਮਤਲਬ ਹੈ ਘਰ। ਤੋ ਘਰ ਦਾ ਮਤਲਬ ਕਿ ਜਿਹੜਾ ਪੰਜਾਂ ਤੱਤਾਂ ਦਾ ਘਰ ਹੈ ਉਹ ਹੈ ਮਨੁੱਖੀ ਸਰੀਰ। ਸੰਸਾਰ ਵੀ ਇਹਨਾਂ ਪੰਜਾਂ ਤੱਤਾਂ ਤੋਂ ਹੀ ਬਣਿਆ ਹੈ। ਸੋ ਪੰਚਾਇਣ ਆਖਿਆ ਪ੍ਰਮਾਤਮਾ ਨੂੰ, ਜਿਹੜਾ ਪੰਜਾਂ ਤੱਤਾਂ ਦੇ ਘਰ ਦਾ ਮਾਲਕ ਹੈ। ਕਿ ਚਾਰ ਜੋ ਜਾਮੇ ਸਨ ਉਹ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਜੀ ਨੇ ਪਹਿਲਾਂ ਚਾਰ ਜਾਮਿਆਂ ਵਿੱਚ ਹੋ ਕੇ ਸੰਸਾਰ ਨੂੰ ਗਿਆਨ ਰੂਪੀ ਪ੍ਰਕਾਸ਼ ਦਿੱਤਾ। ਹੁਣ ਆਪ ਜੀ ਪੰਜਵੇਂ ਜਾਮੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਰੂਪ ਵਿੱਚ ਵੀ ਪ੍ਰਕਾਸ਼ ਵਰਤਾ ਰਹੇ ਹੋ। ਆਪੀ ਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਆ। हे ਵਾਹਿਗੁਰੂ, ਆਪ ਜੀ ਨੇ ਸੰਸਾਰ ਨੂੰ ਆਪ ਹੀ ਸਾਜਿਆ ਹੈ। ਇੱਥੇ ਵੈਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਸਤਤ ਵਿੱਚ ਹੀ ਕਹਿ ਰਹੇ ਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਉਹੀ ਪਰਮੇਸ਼ਰ ਹੋ ਜਿਸ ਪਰਮੇਸ਼ਰ ਨੇ ਆਪ ਹੀ ਸੰਸਾਰ ਨੂੰ ਸਾਜਿਆ ਹੈ। ਤੇ ਆਪ ਹੀ ਜਿਹੜਾ ਪਰਮੇਸ਼ਰ ਸੰਸਾਰ ਨੂੰ ਥੰਮੀ ਦੇ ਕੇ ਥੰਮਣ ਵਾਲਾ ਹੈ, ਭਾਵ ਰੱਖਣ ਵਾਲਾ, ਆਸਰਾ ਦੇਣ ਵਾਲਾ ਹੈ, ਆਪ ਹੀ ਪਰਮੇਸ਼ਰ ਰੂਪ ਹੋ, ਭਾਵ ਤੁਹਾਡੇ ਰੂਪ ਵਿੱਚ ਹੀ ਪਰਮਾਤਮਾ ਵਰਤ ਰਿਹਾ ਹੈ। ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਆ। ਤੁਸੀਂ ਆਪ ਹੀ ਪੱਟੀ ਹੋ, ਆਪ ਹੀ ਕਲਮ ਹੋ ਤੇ ਆਪ ਹੀ ਲਿਖਣ ਵਾਲੇ ਹੋ। ਕਿਹੜੀ ਪੱਟੀ? ਪੱਟੀ ਹੈ ਸਾਡੇ ਮਸਤਕ ਦੀ। ਹਰ ਇੱਕ ਪ੍ਰਾਣੀ ਸੰਸਾਰ ਤੇ ਦਰਗਾਹ ਵੱਲੋਂ, ਪਰਮੇਸ਼ਰ ਵੱਲੋਂ ਉਹਦੇ ਹੁਕਮ ਵਿੱਚ ਜੋ ਲੇਖ ਲਿਖੇ ਜਾਂਦੇ ਨੇ ਅਸੀਂ ਲਿਖਵਾ ਕੇ ਲੈ ਕੇ ਆਉਂਦੇ ਹਾਂ। ਉਹ ਲਿਖੇ ਤੇ ਸਾਡੇ ਕਰਮਾਂ ਦੁਆਰਾ ਹੀ ਜਾਂਦੇ ਨੇ, ਪਰ ਲਿਖੇ ਉਸ ਵਾਹਿਗੁਰੂ ਦੇ ਹੁਕਮ ਵਿੱਚ ਜਾਂਦੇ ਨੇ। ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਨਾਨਕ ਹੁਕਮੀ ਲਿਖਿਆ ਲੇਖ। ਉਸ ਹੁਕਮ ਦੇ ਮਾਲਕ ਹੁਕਮੀ ਪਰਮੇਸ਼ਰ ਦੇ ਹੁਕਮ ਵਿੱਚ ਹੀ ਲੇਖ ਲਿਖੇ ਜਾਂਦੇ ਨੇ। ਸੋ ਸੱਚੇ ਪਾਤਸ਼ਾਹ ਜੀ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਆਪ ਜੀ ਹੀ ਪਰਮੇਸ਼ਰ ਸਵਰੂਪ ਹੋ,
ਉਸ ਪਰਮੇਸ਼ਰ ਨੇ ਆਪ ਜੀ ਦਾ ਰੂਪ ਧਾਰਨ ਕੀਤਾ ਹੈ, ਜਿਹੜਾ ਪਰਮੇਸ਼ਰ ਸਾਰੇ ਹੀ ਪ੍ਰਾਣੀਆਂ ਦੀ ਮਸਤਕ ਰੂਪੀ ਪੱਟੀ ਉਹਦੇ ਉੱਤੇ ਆਪਣੇ ਹੁਕਮ ਨਾਲ ਲੇਖ ਲਿਖਦਾ ਹੈ। ਸਾਧ ਸੰਗਤ, ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਹੱਥ ਕਲਮ ਅਗੰਮ ਮਸਤਕ ਲੇਖਾਵਤੀ। ਕਹਿੰਦੇ ਉਸ ਪਰਮੇਸ਼ਰ ਦੇ ਹੱਥ ਵਿੱਚ ਜਿਹੜਾ ਅਗੰਮ ਹੈ, ਗਮ ਕਹਿੰਦੇ ਨੇ ਪਹੁੰਚ ਨੂੰ, ਤੇ ਅਗੰਮ ਤੋਂ ਭਾਵ ਜਿਹੜਾ ਪ੍ਰਮਾਤਮਾ ਸਾਡੀ ਪਹੁੰਚ ਤੋਂ ਪਰਾਂ ਹੈ, ਭਾਵ ਅਪਹੁੰਚ ਹੈ। ਹੱਥ ਕਲਮ, ਕਲਮ ਮੈਨੇ ਕਲਮ, ਅਗੰਮ ਉਸ ਵਾਹਿਗੁਰੂ ਦੇ ਹੱਥ ਵਿੱਚ ਕਲਮ ਹੈ। ਮਸਤਕ ਲੇਖਾਵਤੀ ਕਹਿੰਦੇ ਉਹ ਕਲਮ ਹੀ ਸਾਡੇ ਮਸਤਕ ਦੇ ਲੇਖ ਲਿਖਦੀ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ। ਤੇ ਦੂਜੇ ਪਾਸੇ ਕਹੀਏ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਹੁਕਮ ਵਿੱਚ ਇਲਾਹੀ ਗੁਰਬਾਣੀ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਦੀ ਸੰਪਾਦਨਾ ਕੀਤੀ, ਬੀੜ ਤਿਆਰ ਕੀਤੀ, ਉਦੋਂ ਆਪ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਕਮ ਕਰਕੇ ਕਲਮ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੱਥ ਵਿੱਚ ਦਿੱਤੀ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੁਕਮ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਲਿਖੀ ਗਈ। ਤੋ ਸਾਧ ਸੰਗਤ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਸਤਤ ਵਿੱਚ ਅੱਗੇ ਚੱਲ ਕੇ ਭਾਈ ਸੱਤਾ ਜੀ ਲਿਖਦੇ ਹਨ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਆ। ਸਭ ਉਮਤ, ਉਮਤ ਮੈਨੇ ਪਰਜਾ, ਭਾਵ ਸਾਰੇ ਸੰਸਾਰ ਦੇ ਜਿਹੜੇ ਜੀਵ ਨੇ ਉਹਨੂੰ ਉਮਤ ਆਖਿਆ। ਇਹ ਉਮਤ ਕਿਹਦੀ ਹੈ? ਵੈਸੇ ਲਫ਼ਜ਼ ਵਰਤਿਆ ਜਾਂਦਾ ਹੈ ਕਿ ਫਲਾਣੇ ਰਾਜੇ ਦੀ ਉਮਤ, ਉਮਤ ਤੋਂ ਭਾਵ ਉਸ ਰਾਜੇ ਦੀ ਪਰਜਾ। ਇੱਥੇ ਉਮਤ ਕਿਹਦੀ ਹੈ? ਅਕਾਲ ਪੁਰਖ ਵਾਹਿਗੁਰੂ ਦੀ, ਪ੍ਰਮਾਤਮਾ ਦੀ। ਉਹ ਪ੍ਰਮਾਤਮਾ ਸਾਰੇ ਸੰਸਾਰ ਦਾ ਮਾਲਕ ਹੈ ਤੇ ਸਾਰੇ ਸੰਸਾਰ ਦੇ ਜੀਵ ਉਹਦੀ ਉਮਤ ਨੇ। ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਆ। ਇੱਥੇ ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ ਹੈ, ਕਿਉਂਕਿ ਨਿਰੰਕਾਰ ਸਵਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੇ। ਇੱਥੇ ਪ੍ਰਮਾਣ ਕਰਦੇ ਨੇ ਕਿ ਬਾਕੀ ਤੇ ਸਾਰੇ ਸੰਸਾਰ ਦੇ ਜੀਵ ਉਹ ਆਵਾਗਮਨ ਦੇ ਚੱਕਰ ਵਿੱਚ ਹਨ, ਭਾਵ ਉਹਨਾਂ ਦਾ ਤੇ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਹੈ। ਕੋਈ ਆ ਗਿਆ, ਕੋਈ ਚਲਾ ਗਿਆ। ਸੰਸਾਰ ਦੇ ਜੀਵ ਤੇ ਆਵਾਗਮਨ ਵਿੱਚ ਹਨ, ਜਨਮ ਮਰਨ ਵਿੱਚ ਹਨ। ਪਰ ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਆਪ ਜੀ ਨਾ ਜਨਮ ਵਿੱਚ ਹੋ ਨਾ ਮਰਨ ਵਿੱਚ ਹੋ। ਆਪ ਜੀ ਸਦਾ ਹੀ ਨਵੇਂ ਨਰੋਏ ਹੋ। ਨਵਾਂ ਨਰੋਆ ਹਮੇਸ਼ਾ ਪਰਮਾਤਮਾ ਰਹਿੰਦਾ ਹੈ। ਤੇ ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪ੍ਰਤੀ ਉਹਨਾਂ ਨੇ ਲਿਖਿਆ ਨਵੇਂ ਨਰੋਏ ਨੇ, ਤੇ ਫੇਰ ਕਹਿਣਾ ਪਏਗਾ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਆਪ ਹੀ ਪਰਮੇਸ਼ਰ ਨੇ। ਆਪਾਂ ਪੜ੍ਹਦੇ ਹਾਂ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਉਹ ਪਰਮੇਸ਼ਰ ਸਦਾ ਹੀ ਨਵਾਂ ਹੈ ਤੇ ਉਸ ਪਰਮੇਸ਼ਰ ਨਾਲ ਜਿਹੜੇ ਜੁੜ ਜਾਂਦੇ ਨੇ, ਜਿਹੜੇ ਉਹਦੇ ਨਾਮ ਨਾਲ ਜੁੜ ਜਾਂਦੇ ਨੇ, ਉਹ ਵੀ ਹਮੇਸ਼ਾ ਨਵੇਂ ਰਹਿੰਦੇ ਨੇ। ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਮਾਪਤੀ ਤੇ ਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਲੋਕ ਪੜ੍ਹਦੇ ਹਾਂ। ਇਹ ਸਾਰੇ ਸ਼ਲੋਕ ਵਾਰਾਂ ਤੇ ਵਧੀਕ ਦਾ ਜੋ ਸਰਲੇਖ ਹੈ ਉਹਦੇ ਵਿੱਚ ਦਰਜ ਨੇ। ਤਾਂ ਸਾਰੇ ਹੀ ਸ਼ਲੋਕਾਂ ਦੇ ਵਿੱਚ ਸੰਸਾਰ ਦੀ ਨਾਸ਼ਵਾਨਤਾ ਦਾ ਜ਼ਿਕਰ ਹੈ ਕਿ ਸੰਸਾਰ ਤੇ ਜਿਹੜਾ ਬੰਦਾ ਆਇਆ ਹੈ ਉਹਨੇ ਚਲੇ ਜਾਣਾ ਹੈ।
इत्थे सब कुछ चलाएमान है। जो सानू दिखाई दिंदा है वो सब नाशवान है। तां पर उन्हां सलोकां दे अंदर ही गुरु साहब जी ये भी दसदे ने कि बाकी तो सब कुछ चलाएमान है, परमात्मा वो अविनाशी है, वो खत्म नहीं हुंदा। एक परमात्मा का नाम जपण वाले साधु वो भी अविनाशी हैं, एक गुरु अविनाशी है। उत्थे आपां पढ़दे हाँ नाम रहियो, एक ते नाम हमेशा रहेगा। सारा संसार खत्म हो जाए नाम फिर भी मौजूद रहेगा। नाम रहियो, साधु रहियो, एक नाम जपण वाला रहेगा। रहियो गुर, गुरु रहेगा जिहड़ा परमेश्वर स्वरूप है। रहियो गुर गोबिंद, कहो नानक एह जगत में के न जपियो गुरमंत। जिन्हां ने इस जग विच आके गुरमंत्र दा जाप कीता है, गुरमंत्र जिहड़ा गुरु वल्लों बख्शिया होया मंत्र। हुण आप सब नूं पता है कि सतगुरु जी कलगीधर पातशाह जी एक विधान कायम कर गए ने साडे वास्ते। उन्हां दा हुक्म है खंडे दी पौहल छकण दा। क्योंकि जे कोई सिख आखे कि मैं उदा रहत ते रखदा हाँ पर अमृतपान नहीं कीता, तो गुरु साहब जी रहतनामा भाई देसा सिंह जी उहदे विच फरमान करते ने, प्रथम रहत यह जान खंडे की पौहल छकै। कहते सारियां तो प्रथम रहत सिखा तू ये समझ लै खंडे दी पौहल छकना ही है। प्रथम रहत यह जान खंडे की पौहल छकै, सोई सिंह प्रधान अवर ना पाहुल जो लए। कहते इस गुरु दे बख्शे अमृत तो बिना कोई होर ना एवें किसे वल्लों दिता होया अमृत। जिवें उत्थे भी एक भेखी ते पखंडी, आप जी नूं पता ही है, उन्हें 5 प्यारियां दी ते गुरु साहब जी दी रीस करन दी कोशिश की। उन्हें आपदा ही अमृत बना लिया। दुध विच रूह अफजा पा के जिवें आपां दुध सोडा बनाउंदे हां इस तरह दा वड्डे सारे कड़ाहे विच। वो कहंदा भी उहते 5 प्यारे सन, मैं ते 7 तैयार करांगा। हुण इहो जे जिहड़े पखंडी ने वो भला की गुरु साहब जी दी रीस कर सकदे ने? एक पासे सरबंस दानी श्री गुरु गोबिंद सिंह जी महाराज, एक पासे अजिहे विलासी बंदे, अयाश बंदे जिहड़े संतां दे लिबास विच संतां दे भेख विच विचरदे ने। तो गुरु किरपा करे सानू इहे जे साकत पुरुषां तो बचा के रखे। तो भाई देसा सिंह जी कहंदे सोई सिंह प्रधान, वो गुरु दे घर विच प्रधान है जिहड़ा गुरु दी बख्शी पाहुल तो बिना कोई होर अमृत नहीं छकदा। सोई सिंह प्रधान अवर ना पाहुल जो लए। फिर कहंदे 5 सिंह अमृत जो देवें। 5 सिंह जिहड़े गुरु ग्रंथ साहब जी दी हजूरी विच खड़े होके ਸਿੰਘਾ तेनू खंडे बाटे दा अमृत देण, तू कहंदे उस अमृत नू अपने सिर मत्थे प्रवान करी। सिर ते प्रवान करना भाव अदब सत्कार नाल गुरु दे हुक्म विच सिर नवा देना। 5 सिंह अमृत जो देवै ताको सिर धर, शक पुन लेवै पुन मिल पांचो रहत जो भाखै ताको मन में दृढ़ कर रखै। कहंदे फिर वो जिहड़ी रहत मर्यादा दसन उहनूं दृढ़ता नाल अपने मन विच हिरदे विच वसा के ते उस रहत अनुसार चलण की कोशिश करी। पुन मिल पांचो रहत जो भाखै ताको मन में दृढ़ कर रखै। दूहू ग्रंथ में बाणी जोई चुन चुन कंठ करै नित सोई। दोहू ग्रंथ, 2 ग्रंथ किहड़े?
एक श्री गुरु ग्रंथ साहब जी महाराज ते एक श्री दसम ग्रंथ साहिब। कहते दोनों ही ग्रंथां दी जिहड़ी बाणी है ना, उहनूं जिहड़ा चुन चुन के कंठ करदा होवे, ओही कहते गुरु नूं प्यार वाला सिंह लगेगा। उचारण करो सतनाम श्री वाहिगुरु जी। सब उम्मत आवण जावणी, आपे ही नवा नरोआ। तख्त बैठा अर्जन गुरु, सतगुर का खिवै चंदोआ। तख्त बैठा अर्जन गुरु, गुरु अर्जन देव जी महाराज, गुरु रामदास जी महाराज ने ज्योति जोत समाउण वेले गुरियाई दा छत्र गुरु अर्जन देव जी महाराज दे सीस ते झुला दिता अते जिहड़ा गुरियाई दा तख्त है उहदे उत्ते गुरु अर्जन देव जी महाराज विराजमान हो गए ने। भट्टां ने जो गुरु अर्जन देव जी महाराज की उस्तत विच सवैये उचारण कीते ने, उस वेले दा उस घटना का जिक्र वो करते ने। एक पासे गुरु रामदास जी महाराज दे ज्योति जोत समाउण दा ते दूजे पासे अपनी जगह ते गुरु अर्जन देव जी महाराज नूं गुरगद्दी दी बख्शीश करन दा जिक्र करते ने। आपां पढ़दे हां दो सवैये ने, अजय गंग जल अटल सिख संगत सब नहावै। अजय गंग जल अटल, गंग जल गंगा दा जल, भाव गंगा दे जल रूपी जो गुरु अर्जन देव जी महाराज वो बाणी उचारण करते ने, उन्हां दे जो बचन ने वो गंगा दे जल समान ने। कहते अजे तक जिहड़ी गुरु रामदास जी महाराज ने नाम दी गंगा वगाई सी ना, वो गंगा गुरु अर्जन देव जी महाराज अजे भी तुहाडे घर विच कायम है। अजय, अजय तो भाव अजे तक भी। अजय गंग जल अटल सिख संगत सब नहावै। सारी सिख संगत आके उहदे विच इशनान करदी है। साध संगत जिहड़ा गुरु घर दा इशनान है ना, उहदा जिक्र जदों आपां बाणी विचों पढ़ीए तो गुरु साहब जी ने दस्सिया गुर दरियाओ सदा जल निर्मल। कहते गुरु एक दरिया है, उहदा जल जिहड़ा है वो निर्मल है। किहड़ा जल? नाम रूपी जल। गुर दरियाओ सदा जल निर्मल, मिलिया दुरमत मैल हरै। सतगुर पाए पूरा नावण, पशु प्रेतों देव करे। कहते सतगुरु दरिया विच जिन्हें इशनान कर लिया, कहते वो पशु प्रेतां तो देवते बन गए। भाव जिहड़ी पशु प्रेत वाली बिरती सी ना, वो बिरती गुरु ने तब्दील करके वो देवतियां वाली बिरती बना दी। भाव गुरु दरिया विच इशनान करन दा गुरु साहब जी सानू हुक्म करते ने। ते गुरु दरिया विच जल है नाम रूपी। आपां पढ़दे हां कि अजय गंग जल अटल सिख संगत सब नहावै। नित पुराण बाचीऐ वेद ब्रह्मा मुख गावै। अजे तक पुराण तो भाव धार्मिक ग्रंथ अजे तक भी हे गुरु अर्जन देव जी महाराज तुहाडे दरबार विच विचारे जांदे ने। नित पुराण बाचीऐ वेद ब्रह्मा मुख गावै। ते जिवें ब्रह्मा ने वेद उचारण कीते ने, उन्हां समान जो आप जी दी इलाही बाणी है वो आप जी हर रोज उचारण करते हो। अजय गंग जल अटल सिख संगत सब नहावै। नित पुराण बाचीऐ वेद ब्रह्मा मुख गावै। अजय चवर सिर ढुलै नाम अमृत मुख लियो। अजे तक भी तुहाडे सीस ते ओहो ही चौर जिहड़ा गुरु रामदास जी दे सीस ते झुलदा सी, वो अजे तुहाडे सीस ते झुल रहा है। अजय चवर सिर ढुलै नाम अमृत मुख लियो। गुर अर्जन सिर छतर आप परमेश्वर दियो। मिल नानक अंगद अमर गुर गुरु रामदास हर पह गयो।
हरबंस जगत जस संचरियो सो कवन कहे श्री गुरु मोयो। हरबंस भट्ट जी कहते ने भी कौन कहता है कि गुरु रामदास जी महाराज चले गए ने, उन्हां दा ही स्वरूप उन्हां दे पुत्र गुरु अर्जन देव जी महाराज उसे ही तख्त ते विराजमान हो गए ने। उचारण करो सतनाम श्री वाहिगुरु। सो हरबंस जगत जस संचरियो सो कवन कहे श्री गुरु मोयो। फिर ये नाल ही दूजा सवैया है, देवपुरी में गयो। कौन? गुरु रामदास जी महाराज। देवपुरी में गयो आप परमेश्वर भायो, हर सिंघासन दियो श्री गुर तैं बैठायो। हर मैंने हरी, हरी का मतलब इत्थे कीता जांदा इंदर। कहते उन्हें अपना सिंघासन छड़ दिता, किहदे वास्ते? गुरु रामदास जी महाराज वास्ते। हर सिंघासन दियो श्री गुर तैं बैठायो, रहस कियो सुरदेव। रहस मैंने खुशी। सुरदेव देवतियां दा जिहड़ा राजा है, सुरदेव इंद्र नूं कहा जाता है। कहते उन्हें बड़ी खुशी मनाई। रहस कियो सुरदेव तोहे जस जय जय जंपै। कहते तुहाडा जस जय जय करके उन्होंने जय जयकार दे रूप विच जस गाया। तोहे जस जय जय जंपै असुर गए ते भाग, पाप तिन भीतर कंपै। असुर एक हुंदे ने सुर, एक हुंदे ने असुर। असुर मैंने राक्षस। कहते जेड़े राक्षस सन ना वो भज गए। असुर गए ते भाग, पाप तिन भीतर कंपै। कहते उन्हां दे पाप वो तुहाडे दर्शन करके अंदरों कंब गए, इस करके वो तुहाडा दर्शन ना कर सके, तुहानू देखदे ही वो भज गए। साध संगत हुण जिवें आपां गुरु दे दर्शन करते हैं, साडे इस शरीर दे अंदर ही सुर भी ने ते असुर भी ने। जेड़े ते ने शुभ गुण वो ते ने सुर, ते जेड़े ने औगण पाप वो ने असुर। जदों आपां गुरु का दर्शन करते हाँ, साडे जेड़े अंदरले पाप ने वो चले जाते हैं, भाव खत्म होंदे ने। गुरु दे दर्शन का यह फल है। जेड़ा सिख आके मत्था टेक के रोज दर्शन करता है ना, वो मतां किते इउं समझे भी कल्ले दर्शन करन दा की महात्म है। आप पढ़ते हैं ना, आप ही सतगुरु जी फरमान करते ने, होवै सिफत खसम दी नूर अरसों कुरसों झटिया, तुद डिठे सच्चे पातशाह मल जन्म जन्म दी कटिए। फिर आप भी पढ़ते हैं, सोए सुनंदड़ी मेरा तन मन मौला, नाम जपंदड़ी लाली, पंध जुलंदड़ी मेरा अंदर ठंडा, गुर दर्शन देख निहाली। धरन सुवन्नी खड़ रतन जड़ावी, हर प्रेम पुरख मन उठा, सभे काज सोहेलड़े थिए, गुरु नानक सतगुर तुठा। आवै साहिब चित तेरियां भगतां डिठियां, मन की कटिए मैल साध संग बुठियां। कहते मन की मैल जिहड़ी आ वो कट्टी जाती है गुरु दे दीदार करन नाल। सो आप पढ़ रहे हाँ, दूसरा सवैया मैं आप जी नूं सरवण करवा रहा सी। देवपुरी में गयो आप परमेश्वर भायो, हर सिंघासन दियो श्री गुरु तैं बैठायो। रहस कियो सुरदेव तोहे जस जय जय जंपै, असुर गए ते भाग, पाप तिन भीतर कंपै। काटे सो पाप तिन नरों के, गुर रामदास जिन पायो, छतर सिंघासन पृथ्वी गुर अर्जन को दे आयो। भाव गुरु अर्जन देव जी महाराज नूं इस पृथ्वी का छतर अते सिंघासन गुरु रामदास जी महाराज ने बख्शिश किया। साध संगत गुरु रामदास जी महाराज वो श्री गोविंदवाल साहिब विखे ज्योति जोत समाए ने। ते साध संगत आप जी नूं याद रहे कि गुरु साहिबां ने उचेचे तौर पर परख करके कसवटी ते ला के जेड़े अपने 3 सपुत्र सन, बाबा पिरथी चंद जी, उदू छोटे बाबा महादेव जी, ते सारियां तो छोटे सतगुरु गुरु अर्जन देव जी महाराज,
ਤਿੰਨਾਂ ਦੀ ਪਰਖ ਕੀਤੀ। ਸਤਿਗੁਰੂ ਜੀ ਤੇ ਸਾਰਾ ਕੁਝ ਜਾਣਦੇ ਸਨ, ਪਰ ਸਾਰਿਆਂ ਤੋਂ ਅਖੀਰ ਤੇ ਜੋ ਸਾਰਿਆਂ ਦੀ ਦ੍ਰਿਸ਼ਟੀ ਗੋਚਰ ਸੀ ਉਹ ਪਰਖ ਕਿਹੜੀ? ਵੀ ਲਾਹੌਰ ਜੋ ਗੁਰੂ ਰਾਮਦਾਸ ਜੀ ਮਹਾਰਾਜ ਦੇ ਭਾਈ ਸਨ, ਉਹਨਾਂ ਦੇ ਲੜਕੇ ਦੀ ਸ਼ਾਦੀ ਸੀ ਸਿਹਾਰੀ ਮੱਲ ਦੀ। ਤੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਹੁਕਮ ਕੀਤਾ ਬਾਬਾ ਪਿਰਥੀ ਚੰਦ ਜੀ ਨੂੰ ਕਿ ਪਿਰਥੀ ਚੰਦ ਲਾਹੌਰ ਵਿਖੇ ਜਾਣਾ ਹੈ, ਉੱਥੇ ਤੈਨੂੰ ਪਤਾ ਹੈ ਕਿ ਤੇਰੇ ਤਾਏ ਦੇ ਲੜਕੇ ਦੀ ਸ਼ਾਦੀ ਹੈ। ਤੇ ਬਾਬਾ ਪਿਰਥੀ ਚੰਦ ਜੀ ਉਹ ਗੁਰੂ ਦੇ ਬਚਨ ਨੂੰ ਸੱਤ ਕਰਕੇ ਨਾ ਮੰਨਦਿਆਂ ਹੋਇਆਂ ਉਹਨਾਂ ਨੇ ਅੱਗੋਂ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਮਹਾਰਾਜ, ਤੁਹਾਨੂੰ ਪਤਾ ਹੈ ਕਿ ਕਿੱਡੀ ਵੱਡੀ ਜ਼ਿੰਮੇਵਾਰੀ ਹੈ, ਕਿੰਨੀ ਸੰਗਤ ਰੋਜ਼ ਆਉਂਦੀ ਹੈ, ਮਾਇਆ ਨੂੰ ਸੰਭਾਲਣਾ, ਫਿਰ ਸੰਗਤ ਨੂੰ ਰਿਹਾਇਸ਼ ਦੇਣੀ, ਫਿਰ ਆਏ ਗਏ ਦਾ ਖਿਆਲ ਰੱਖਣਾ। ਜੇ ਭਲਾ ਮੈਂ ਨਾ ਹੋਇਆ ਤੇ ਫਿਰ ਇਹ ਸਾਰਾ ਕੁਝ ਕਿਵੇਂ ਚੱਲੇਗਾ? ਗੁਰੂ ਰਾਮਦਾਸ ਜੀ ਮਹਾਰਾਜ ਕਹਿਣ ਲੱਗੇ, ਪਿਰਥੀ ਚੰਦ, ਗੁਰੂ ਨਾਨਕ ਦੇ ਘਰ ਦਾ ਕਾਰਜ ਇਹ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਭਾਵ ਉਹਨੂੰ ਇੰਨੀ ਗੱਲ ਦੀ ਸਮਝ ਨਾ ਆਈ ਕਿ ਇਹ ਤੇ ਸਤਿਗੁਰੂ ਦੇ ਘਰ ਦਾ ਕਾਰਜ ਹੈ, ਗੁਰੂ ਜੀ ਤੋਂ ਮਰਜ਼ੀ ਕਰਵਾ ਸਕਦਾ ਹੈ। ਉਹਨੂੰ ਲੱਗਿਆ ਵੀ ਸ਼ਾਇਦ ਮੈਂ ਹੀ ਸਾਰਾ ਕੁਝ ਸੰਭਾਲਦਾ ਹਾਂ। ਤੇ ਗੁਰੂ ਰਾਮਦਾਸ ਜੀ ਮਹਾਰਾਜ ਨੇ 2-3 ਦਫਾ ਆਖਿਆ, ਫਿਰ ਕਹਿਣ ਲੱਗਿਆ ਜੀ ਗਰਮੀ ਬੜੀ ਹੈ, ਗਰਮੀ ਦੇ ਵਿੱਚ ਜਾਣਾ ਕਿਹੜਾ ਸੌਖਾ ਹੈ। ਸਾਧ ਸੰਗਤ, ਕਹਿਣ ਤੋਂ ਭਾਵ ਕਿ ਗੁਰੂ ਦਾ ਬਚਨ ਨਹੀਂ ਮੰਨਿਆ। ਇਹ ਜਿਹੜਾ ਘਰ ਹੈ, ਇਸ ਘਰ ਵਿੱਚ ਗੁਰੂ ਦੀ, ਸਤਿਗੁਰੂ ਦੀ ਪ੍ਰਸੰਨਤਾ ਕਿਹਨੂੰ ਪ੍ਰਾਪਤ ਹੁੰਦੀ ਹੈ? ਜਿਹੜਾ ਗੁਰੂ ਦੇ ਬਚਨ ਨੂੰ ਮੰਨਦਾ ਹੈ। ਕੋਈ ਭਲਾ ਜਿੱਡਾ ਮਰਜੀ ਵੱਡਾ ਸਿਆਣਾ ਹੋਵੇ, ਜਿੱਡਾ ਮਰਜੀ ਵੱਡਾ ਸਿਆਣਾ, ਸ਼ਾਇਦ ਹੋ ਸਕਦਾ ਉਹ ਆਪਣੀ ਮਤ ਨਾਲ, ਆਪਣੇ ਦਿਮਾਗ ਨਾਲ ਬੜੀਆਂ ਸਾਰੀਆਂ ਤਰਕਾਂ ਰੱਖ ਸਕੇ ਕਿ ਜੀ ਅੰਮ੍ਰਿਤ ਛਕਣ ਦੀ ਕੀ ਲੋੜ ਹੁੰਦੀ ਹੈ, ਕਿਉਂਕਿ ਅੰਮ੍ਰਿਤ ਛਕਣ ਦਾ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਹੈ। ਪਰ ਬੜੇ ਵੱਡੇ ਵੱਡੇ ਸਿਆਣੇ ਬੰਦੇ, ਬੁੱਧੀਜੀਵੀ, ਜਿਹੜੇ ਲੈਕਚਰ ਦਿੰਦੇ ਨੇ ਖੜ ਕੇ ਸੰਗਤਾਂ ਨੂੰ, ਦੱਸਦੇ ਨੇ ਵੀ ਅੱਜ ਪੰਥ ਨੂੰ ਕੀ ਕਰਨਾ ਚਾਹੀਦਾ, ਅੱਜ ਕੀ ਕਰਨਾ ਚਾਹੀਦਾ, ਤੇ ਜੋ ਉਹਨਾਂ ਨੂੰ ਪੁੱਛੋ ਜਾ ਕੇ, ਅੰਮ੍ਰਿਤ ਉਹਨਾਂ ਨੇ ਨਹੀਂ ਛਕੇ ਹੁੰਦੇ। ਉਹ ਕਹਿੰਦੇ ਨੇ ਵੀ ਅਸੀਂ ਤੇ ਸਾਰਾ ਕੁਝ ਹੀ ਪਤਾ, ਸਾਨੂੰ ਜਾਣਦੇ ਹਾਂ। ਜਿੱਡਾ ਕੋਈ ਮਰਜ਼ੀ ਵੱਡਾ ਬੁੱਧੀਜੀਵੀ ਹੋਏ, ਜਿੰਨੀ ਮਰਜ਼ੀ ਉਹਨੂੰ ਸੂਝ ਹੋਏ, ਜਦੋਂ ਤੱਕ ਉਹਨੇ ਗੁਰੂ ਦੇ ਬਚਨ ਦੇ ਅੱਗੇ ਸੱਤ ਕਰਕੇ ਸੀਸ ਨਹੀਂ ਨਵਾਇਆ, ਉਦੋਂ ਤੱਕ ਗੁਰੂ ਦੀ ਪ੍ਰਸੰਨਤਾ ਨਹੀਂ ਉਹ ਲੈ ਸਕਦਾ। ਤੇ ਨਾਲੇ ਗੁਰੂ ਸਾਹਿਬਾਂ ਨੇ ਸਿੱਧ ਹੀ ਕਰ ਦਿੱਤਾ ਸੀ, ਪੰਥ ਵਿੱਚ ਸ਼ਾਮਲ ਹੀ ਉਹਨੂੰ ਸਮਝਿਆ ਜਾਏਗਾ। ਡੱਲਾ ਕਹਿੰਦਾ ਸੀ, ਮਹਾਰਾਜ ਚੌਧਰੀ ਸੀ, ਦੇਖੋ ਕਿੰਨੀ ਸੇਵਾ ਕੀਤੀ, ਰਾਤ ਨੂੰ ਪਹਿਰੇ ਦੀ ਡਿਊਟੀ ਦੇਣ ਦੀ ਵੀ ਸੇਵਾ ਕਰਦਾ ਸੀ ਡੱਲਾ। ਬਾਕੀ ਧਨ ਦੌਲਤ ਦੇ ਨਾਲ ਤੇ ਸਾਰੀਆਂ ਸੰਗਤਾਂ ਦੀ ਸੇਵਾ ਹੋ ਹੀ ਰਹੀ ਸੀ, ਪਰ ਡੱਲਾ ਆਪ ਪਹਿਰੇ ਤੇ ਖੜਦਾ ਸੀ। ਤੇ ਡੱਲੇ ਦੇ ਉਹ ਸੇਵਾ ਤੇ ਖੁਸ਼ ਹੋ ਕੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਡੱਲਿਆ ਜੋ ਮਰਜ਼ੀ ਮੰਗ ਲਾ, ਖੁਸ਼ ਹੈ। ਉਹ ਕਹਿਣ ਲੱਗਿਆ, ਮਹਾਰਾਜ ਜੇ ਖੁਸ਼ ਹੋ ਨਾ, ਦਰਗਾਹ ਵਿੱਚ ਫਿਰ ਮੈਨੂੰ ਨਾ ਪੀੜ੍ਹੀ ਜਿੰਨੀ ਥਾਂ ਦੇ ਦਿਓ। ਪੀੜ੍ਹੀ ਜਿੰਨੀ ਥਾਂ ਭਾਵ ਬੈਠਣ ਜੋਗੀ। ਤੇ ਕਲਗੀਧਰ ਪਾਤਸ਼ਾਹ ਜੀ ਨੇ ਨਾ, ਸਾਡਾ ਇਤਿਹਾਸ ਦੱਸਦਾ ਹੈ ਕਿ ਇੱਦਾਂ ਸਿਰ ਫੇਰ ਦਿੱਤਾ ਕਿ ਡੱਲਿਆ ਹੋਰ ਜੋ ਕੁਝ ਮਰਜ਼ੀ ਮੰਗ ਲੈ, ਇਹ ਨਹੀਂ ਮਿਲ ਸਕਦਾ। ਤੇ ਡੱਲਾ ਕਹਿਣ ਲੱਗਿਆ, ਮਹਾਰਾਜ ਹੁਣੇ ਹੀ ਤੇ ਆਪ ਜੀ ਕਹਿੰਦੇ ਸੀ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਦਰਗਾਹ ਵਿੱਚ ਥਾਂ ਲੈਣੀ ਹੈ ਤੇ ਅੰਮ੍ਰਿਤਪਾਨ ਕਰਨਾ ਪਏਗਾ। ਤੂੰ ਤਨ ਕਰਕੇ ਤੇ ਧਨ ਕਰਕੇ ਸੇਵਾ ਕੀਤੀ ਹੈ, ਦੁਨੀਆ ਦਾ ਭਾਵੇਂ ਰਾਜ ਭਾਗ ਮੰਗ ਲਾ, ਉਹ ਮਿਲ ਜਾਏਗਾ। ਪਰ ਜਿੱਥੇ ਥਾਂ ਤੂੰ ਮੰਗ ਰਿਹਾ ਨਾ, ਉਹਦੇ ਲਈ ਤੇ ਹੁਣ ਅਸੀਂ ਵਿਧਾਨ ਬਣਾ ਦਿੱਤਾ ਹੈ ਵੀ ਅੰਮ੍ਰਿਤ ਤੇ ਪਾਨ ਕਰਨਾ ਹੀ ਪਏਗਾ। ਹੁਣ ਸਮਾਂ ਨਹੀਂ ਕਿ ਮੈਂ ਇਸ ਵਿਸ਼ੇ ਤੇ ਲੰਬੀ ਵਿਚਾਰ ਕਰਾਂ, ਆਪਾਂ ਆਪਣੀ ਵਿਚਾਰ ਵੱਲ ਆਈਏ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਭਾਇਓ, ਹਰ ਸਿੰਘਾਸਣ ਦਿਓ ਸ੍ਰੀ ਗੁਰ ਤੈਂ ਬੈਠਾਇਓ, ਰਹਿਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪੈ,
असुर गए ते भाग पाप तिन भीतर कंपै काटे सो पाप तिन नलों के गुरु रामदास जिन पायो छतर सिंघासन पृथ्वी गुरु अर्जन को दे आए। गुरु अर्जन देव जी महाराज सो जदों परख करन लगे बाबा पिरथी चंद जी भी पिछे रह गए ते बाबा महादेव जी वो त्यागी बन गए। महाराज इत्थे कौन किसी का भरा है, कौन किसी का चाचा है, कौन ताया है, इत्थे ते सारे रिश्ते कूड़े ने, जिवें गुरु रामदास जी महाराज नूं पता ही नहीं। वो समझो अगों ज्ञान दीयां गल्लां करन लग गए। भाव गुरु अगे ते सत करना, सो सिख सखा बंधप है भाई जे गुर के भाणे विच आवे। अपना भाणे जो चलै भाई विछड़ चोटां खावे। गुरु दा ओही सिख है, ओही सखा है, ओही भरा है जिहड़ा गुरु दे भाणे विच हुक्म विच सत करके ते मन लैंदा। जिहड़ा भाणे च नहीं ना आउंदा वो गुरु तो दूर है। सत संगत सो दोनों पुत्र ये बचन ना कमा सके। गुरु अर्जन देव जी महाराज ने बचन कमाया, प्रसन्नता प्राप्त की। गोइंदवाल साहब जदों गुरु रामदास जी महाराज बाबा बुढ़ा जी नूं हुक्म करके गुरु अर्जन देव जी महाराज नूं अपनी जगह ते स्थापन करके उन्होंने सारी हदायत करके आप ज्योति जोत समा गए। उदों बाद जदों गुरियाई देन लगे ना, दो पग्गां सन। एक तो हुंदी है रिश्तेदारां वल्लों आई हुई जिहड़ी पिता दी बरादरी वल्लों, एक वो पग ते एक गुरियाई दी पग। बाबा बुढ़ा जी ने जिहड़ी वो बरादरी वाली पग सी ना, भी वड्डा पुत्र पिरथी चंद आ उहदे सिर ते बन दित्ती, भाई तेरा हक है। ते जिहड़ी वो गुरियाई वाली पग वो गुरु अर्जन देव जी महाराज दे सीस ते जदों सजाउण लगे ना, ते बाबा पिरथी चंद जी ने अगे वध के वो खोली पग कि इहदे को बन रहे हो तो मेरे बनो। बाबा बुढ़ा जी कहन लगे पिरथी चंद तैनू अजे तक पता ही नहीं लग्या, जे ये पग तू बन भी लएंगा ना। गुरु अर्जन देव जी महाराज कहते कोई गल नहीं बाबा जी, मेरे वड्डे भरा ने, इन्हों नाराज ना करो, इन्हों बन लैण दिओ। क्योंकि गुरु अर्जन देव जी महाराज नूं पता सी भी आ पग दे कपड़े विच गुरियाई थोड़ी बैठी है। गुरियाई तां गुरु दे बचन दी बख्शीश है, वो बख्शीश ते कर चुके ने, वो तो हो गई है। वो गुरु की जोत ने जेड़े हिरदे ते बैठना सी, वो तो बैठ चुकी है। सो इतिहास दसदा है कि बाबा पिरथी चंद जी फिर सारी उम्र ही तकरीबन गुरु साहब जी के नाल ईरखा करते रहे भी मैनू गद्दी क्यों नहीं मिली। सत संगत ये इलाही बख्शीश है। सो आओ समा हो चुके है, सतगुरु जी बख्शिश करते ने। तख्त बैठा अर्जन गुरु सतगुर का खिवै चंदोआ, उगवण हो तय आथवण हो चौचक्की की अनलोआ। कहते गुरु अर्जन देव जी महाराज तुहाडा जिहड़ा ये इलाही राज गुरु रामदास जी बख्शिश करके गए ने ना, वो चौं चक्कां विच है। सूरज दे उगण तो लैके सूरज दे छिपण तक, चढ़न तो लैके ते छिपण तक ये तुहाडा इलाही राज है। जिन्नी गुरु ना सेवियो मन मुखा पया मोआ। जिन्हां ने गुरु नूं नहीं सेविया, भाव गुरु की सेवा विच नहीं लगे, वो मनमुख ने ते मनमुखां नूं पया मोआ। मोआ कहंदे ने मौत। जिहड़े मनमुख बंदे ने वो ते अजे तक जम्मण मरण विच ही ने, क्योंकि उन्होंने गुरु का वचन मन्निया ही नहीं। गुर संगत कीनी खालसा मनमुखी दोहेला। बाकी जिहड़ी संगत सी ना, जिन्हां ने वचन मन लिया, अमृतपान कर लिया, वो ते संगत बना दिती खालसा। ते जिहड़े मनमुख जिहड़े आपदे मन दे मगरी लगे रहे, कलगीधर पातशाह दा हुक्म मन के जिन्हां ने अमृतपान नहीं कीता, उहदे बारे भाई गुरदास सिंह जी कहंदे ने मनमुखी दोहेला। दोहेला भाव एक हुंदा सुहेला, एक हुंदा दोहेला। सुहेला मैंने सुखी ते दोहेला मैंने दुखी। जिहड़ा बंदा मनमुखता भाव मन दे मगर लगता है, वो हमेशा लोक अंदर भी परलोक अंदर हमेशा ही दुखी रहिंदा है। इत्थे उही प्रमाण कीता है
कि जिन्हां ने गुरु नूं नहीं ना सेविया, भाव गुरु दा वचन नहीं मन्निया, वो मनमुख ते जन्म मरण विच ही रहणगे। दूणी चौणी करामात सच्चे दा सच्चा ढोआ। गुरु अर्जन देव जी महाराज तुहाडी वडियाई दूणी चौणी संसार विच फैलदी जा रही है। सच्चे दा सच्चा ढोआ, भाव जिहड़ा सच्चा परमेश्वर है उहने तुहानूं अपने वल्लों ये एक तोहफा, एक दात दिती है। चारे जागे चौं जुगी पंचायन आपे होआ। चारे जागे चौं जुगी भाव गुरु नानक देव जी महाराज तो लैके गुरु रामदास जी महाराज तक, हे परमेश्वर तुसी उन्हां चारे सतगुरां दे विच तुहाडी ही जोत सी। अज पंचायन, पंचायन दा मतलब हुंदा परमात्मा। तस्कर मार वसी पंचायन, तस्कर मार, तस्कर कहंदे ने चोर। जिहड़े बंदे ने अपने विकारां रूपी चोर मार ले ना, वो कित्थे चला जाता है? पंचायन परमात्मा विच समा जाता है। सो प्रमाण कर रहे ने भी चारे सतगुरां विच भी हे परमेश्वर तुसी सी, ते अज तुसी ही आप गुरु अर्जन देव जी महाराज दा रूप धारण करके सारे प्रकाश रहे हो। तो साध संगत गुरु कृपा करे, अखीरलियां तुकां आपां पढ़ीए। दूणी चौणी करामात सच्चे दा सच्चा ढोआ। चारे जागे चौं जुगी पंचायन आपे होआ। सतगुरु जी बख्शिंद हन। राम कली की वार दी विचार करदियां बेअंत बेअंत भुलां सच्चे पातशाह जी बख्श लैणियां। आप सब सिख संगत आप जी बख्शण योग हो। गलतियां भुलां नूं ना चितारना। बहुत बहुत धन्नवाद ते शुकराना सतगुरु श्री गुरु ग्रंथ साहब जी महाराज उन्हां दा, जिन्हां दे जरिए विध बणी। बहुत ही सत्कारयोग भाई गुरशरण सिंह जी सिद्धू, सारी प्रबंधक कमेटी प्रधान साहब अते गुरु के वजीर भाई साहब भाई जसकीरत सिंह जी हैड ग्रंथी साहिब, सारियां दा बहुत बहुत धन्नवाद जी। भुलां चुकां दी खिमा कर देनी। बुलाओ फतेह। वाहिगुरु जी का खालसा, वाहिगुरु जी की फतेह।